So hello everybody, today's video is about 10 tips that will help you to look more put together, more attractive and more beautiful physically. So I hope कि ਤੁਹਾਨੂੰ कुछ ना कुछ मिलेगा इस वीडियो चों लेके जाने दी and my name is Krishi Kaur and my channel's name is Krishiology. Hello everybody, today's video is about 10 tips that will help you to look more put together. ਸੋ 10 ਟਿਪਸ ਦੇ ਵਿੱਚੋਂ ਜਿਹੜੀ ਪਹਿਲੀ ਟਿਪ ਆ ਤੁਹਾਡੇ ਲਈ ਉਹ ਇਹ ਆ ਕਿ ਬੀ ਕੌਨਫੀਡੈਂਟ ਬਿਕੋਜ਼ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਆਪਣੇ ਆਪ ਨੂੰ ਲੈ ਕੇ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਯਾਰ ਮੈਂ ਸੋਹਣਾ ਨਹੀਂ ਲੱਗ ਰਿਹਾ ਜਾਂ ਆਈ ਐਮ ਨਾਟ ਗੁੱਡ ਆਈ ਐਮ ਨਾਟ ਏਬਲ ਟੂ ਡੂ ਦਿਸ ਤਾਂ ਓਬਵੀਅਸਲੀ ਉਹ ਚੀਜ਼ ਜੋ ਆ ਬਾਕੀ ਲੋਕਾਂ ਨੂੰ ਵੀ ਦੇਖਣ ਨੂੰ ਦਿਖੂਗੀ ਅਤੇ ਉਹ ਫੀਲ ਕਰਨਗੇ ਕਿ ਯਾਰ ਇਹ ਬੰਦਾ ਆਪਦੇ ਆਪ ਨੂੰ ਕੌਨਫੀਡੈਂਟ ਨਹੀਂ ਆ ਆਈ ਐਮ ਸ਼ੋਰ ਕਿ ਜਿਹੜਾ ਬੰਦਾ ਆਪਦੇ ਆਪ ਨੂੰ ਲਈ ਕੌਨਫੀਡੈਂਟ ਨਹੀਂ ਹੈ ਤਾਂ ਕੋਈ ਹੋਰ ਉਹਦੇ ਬਾਰੇ ਬੈਟਰ ਫੀਲ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਆਪ ਹੀ ਆਪਦੇ ਆਪ ਨੂੰ ਥੱਲੇ ਸਿੱਟੀ ਜਾਂਦਾ ਤਾਂ ਕੋਈ ਹੋਰ ਉਹਨੂੰ ਕੀ ਕਹੂਗਾ ਕਿ ਯਾਰ ਨਹੀਂ ਤੂੰ ਯੂ ਆਰ ਗੁੱਡ ਸੋ ਫਰਸਟ ਟਿਪ to look more attractive, to look more beautiful is have confidence, accept yourself and एक चीज़ रखो अपने मन च कि मैं कर सकदा I can do it, be it be anything कुछ भी हो सकती है. Second tip to all you guys is ਸਕਿਨ ਕੇਅਰ ਬਹੁਤ ਇੰਪੋਰਟੈਂਟ ਆ ਬਹੁਤ ਸਾਰੀਆਂ ਕੁੜੀਆਂ ਨੇ ਜੋ ਫੇਸ 'ਤੇ ਸੋਪ ਯੂਜ਼ ਕਰਦੀਆਂ ਨੇ ਅਤੇ ਸਕਿਨ ਕੇਅਰ ਨਾਮ ਦਾ ਕੋਈ ਵੀ ਚੀਜ਼ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੈਗੀ ਉਹ ਕੋਈ ਸਕਿਨ ਕੇਅਰ ਨਹੀਂ ਫੋਲੋ ਕਰਦੀਆਂ ਹੁੰਦਾ ਕੀ ਆ ਕਿ ਰਾਈਟ ਨਾਓ ਉਹ ਚੀਜ਼ ਤੁਹਾਨੂੰ ਮਤਲਬ ਸਹੀ ਲੱਗ ਰਹੀ ਹੈ ਕਿਉਂਕਿ ਤੁਹਾਡੀ ਸਕਿਨ ਯੰਗ ਲੱਗ ਰਹੀ ਹੈ ਯੂ ਆਰ ਟੀਨੇਜਰਸ ਜਾਂ ਤੁਹਾਡੀ ਏਜ ਛੋਟੀ ਆ ਹਜੇ ਤਾਂ ਉਹ ਤੁਹਾਨੂੰ ਹਜੇ ਇਫੈਕਟ ਨਹੀਂ ਦਿਖਾਊਗੀ ਉਹ ਚੀਜ਼ ਬਟ ਲੇਟਰ ਔਨ ਜਦੋਂ ਤੁਹਾਡੀ ਏਜ ਹੋਊਗੀ ਤਾਂ ਤੁਹਾਡੀ ਸਕਿਨ 'ਤੇ ਰਿੰਕਲਸ ਆਉਣ ਲੱਗ ਜਾਣਗੇ ਐਂਡ ਸੋ ਮੈਨੀ ਮੋਰ ਬਲੈਮਿਸ਼ਸ ਸੋ ਜਿਹੜੀਆਂ ਪ੍ਰੋਬਲਮਸ ਨੇ ਉਹ ਆਉਣ ਲੱਗ ਪੈਣਗੀਆਂ ਸੋ ਸਕਿਨ ਕੇਅਰ ਬਹੁਤ ਇੰਪੋਰਟੈਂਟ ਐਂਡ ਆਲਸੋ ਇਟ ਗਿਵ ਯੂ ਵੈਰੀ ਗੁੱਡ ਸਕਿਨ ਨਰਿਸ਼ਮੈਂਟ ਬਹੁਤ ਵਧੀਆ ਹੋ ਜਾਂਦੀ ਹੈ ਕਲੀਨ ਕਰ ਦਿੰਦਾ ਤੁਹਾਡੀ ਸਕਿਨ ਨੂੰ ਜੇ ਤੁਸੀਂ ਪ੍ਰੋਪਰ ਸਕਿਨ ਕੇਅਰ ਜੋ ਆ ਡੇਲੀ ਫੋਲੋ ਕਰਦੇ ਆ ਪ੍ਰੋਪਰ ਸਕਿਨ ਕੇਅਰ ਕੀ ਆ CTM ਰੂਟੀਨ CTM ਰੂਟੀਨ ਦੇ ਵਿੱਚ ਕੀ ਹੁੰਦਾ ਕਲੀਨਜ਼ਿੰਗ ਟੋਨਿੰਗ ਐਂਡ ਮੋਇਸਚਰਾਈਜ਼ਿੰਗ ਸੋ ਤੁਸੀਂ ਮਾਰਕੀਟ ਦੇ ਪ੍ਰੋਡਕਟਸ ਲੈ ਕੇ ਵੀ ਉਹਨੂੰ ਕਰ ਸਕਦੇ ਹੋ ਬਟ ਕਈ ਲੋਕ ਹੁੰਦੇ ਨੇ ਜਿਹੜੇ ਚਾਹੁੰਦੇ ਕਿ ਅਸੀਂ ਮਾਰਕੀਟ ਦੇ ਪ੍ਰੋਡਕਟਸ ਨਹੀਂ ਯੂਜ਼ ਕਰਨੇ ਅਸੀਂ ਚਾਹੁੰਦੇ ਕਿ ਕੁਛ ਹੋਮਮੇਡ ਹੋਵੇ ਸਾਨੂੰ ਲੱਗਦਾ ਕਿ ਮਾਰਕੀਟ ਦੇ ਪ੍ਰੋਡਕਟਸ ਸਹੀ ਨਹੀਂ ਹੁੰਦੇ ਸਾਡੀ ਸਕਿਨ ਲਈ ਜਾਂ ਪੈਰਾਬੈਨਸ ਹੁੰਦੇ ਨੇ ਉਹਦੇ 'ਚ ਕਈਆਂ 'ਚ ਹੁੰਦੇ ਆ ਕਈਆਂ 'ਚ ਨਹੀਂ ਹੁੰਦੇ ਚਲੋ ਦੈਟਸ ਅ ਡਿਫਰੈਂਟ ਸਟੋਰੀ ਬਟ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਬੇਸਨ ਚਿਕਪੀਸ ਫਲਾਰ ਉਹਨੂੰ ਐਜ਼ ਅ ਕਲਿੰਜ਼ਰ ਯੂਜ਼ ਕਰ ਸਕਦੇ ਹੋ ਆਈ ਥਿੰਕ ਆਲਮੋਸਟ ਫਰੋਮ 5 years ਆਈ ਐਮ ਯੂਜ਼ਿੰਗ ਦੈਟ ਆਈ ਡੂ ਯੂਜ਼ ਮਾਰਕੀਟ ਵਾਲਾ ਫੇਸ ਵਾਸ਼ ਬਟ ਮੈਂ ਉਹ ਵੀ ਯੂਜ਼ ਕਰਦੀ ਹਾਂ ਐਂਡ ਇਟ ਗਿਵ ਵੈਰੀ ਗੁੱਡ ਰਿਜ਼ਲਟਸ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਬਾਹਰ ਦਾ ਕੋਈ ਫੇਸ ਵਾਸ਼ ਨਹੀਂ ਯੂਜ਼ ਕਰਨਾ ਆਪਣਾ ਫੇਸ ਜੋ ਆ ਤੁਸੀਂ ਚਿਕਪੀ ਫਲਾਰ ਨਾਲ ਬੇਸਨ ਦੇ ਆਟੇ ਨਾਲ ਬੇਸਨ ਕਹਿੰਦੇ ਜਿਹਨੂੰ ਆਪਾਂ ਘਰ ਦੇ ਵਿੱਚ ਹੁੰਦਾ ਹੀ ਹੈ ਕਿਉਂਕਿ ਆਪਾਂ ਯੂਜ਼ ਕਰਦੇ ਹਾਂ ਉਹਨੂੰ ਸੋ ਉਹਦੇ ਨਾਲ ਆਪਣਾ ਫੇਸ ਵਾਸ਼ ਕਰ ਸਕਦੇ ਹਾਂ ਐਂਡ ਬਹੁਤ ਇੱਕ ਵਾਰ ਟਰਾਈ ਕਰਕੇ ਦੇਖ ਇਟ ਵਿਲ ਗਿਵ ਯੂ ਵੈਰੀ ਗੁੱਡ ਰਿਜ਼ਲਟਸ ਐਂਡ ਫॉर ਟੋਨਿੰਗ ਯੂ ਕੈਨ ਯੂਜ਼ ਰੋਜ਼ ਵਾਟਰ ਘਰ ਦਾ ਬਣਿਆ ਹੋਇਆ ਰੋਜ਼ ਵਾਟਰ ਯੂਜ਼ ਕਰ ਸਕਦੇ ਹੋ ਜਾਂ ਬਾਹਰ ਦਾ ਅਪ ਟੂ ਯੂ ਗਾਇਸ ਠੀਕ ਆ ਇਨਐਕਸਪੈਂਸਿਵ ਬਹੁਤ ਸਾਰੇ ਮਿਲ ਵੀ ਜਾਂਦੇ ਨੇ ਬਟ ਜੇ ਬਾਹਰ ਤੋਂ ਯੂਜ਼ ਕਰਨਾ ਬਾਹਰ ਦਾ ਘਰੇ ਰੋਜ਼ ਲੱਗੇ ਹੋਏ ਨੇ ਉਹਨਾਂ ਤੋਂ ਵੀ ਤੁਸੀਂ ਰੋਜ਼ ਵਾਟਰ ਬਣਾ ਕੇ ਯੂਜ਼ ਕਰ ਸਕਦੇ ਹੋ ਥਰਡ ਥਿੰਗ ਇਜ਼ ਮੋਇਸਚਰਾਈਜ਼ਿੰਗ ਸੋ ਐਨੀ ਗੁੱਡ ਮੋਇਸਚਰਾਈਜ਼ਰ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਬਟ ਜੇ ਤੁਹਾਨੂੰ ਲੱਗ ਰਿਹਾ ਕਿ ਨਹੀਂ ਮੈਂ ਨਹੀਂ ਯੂਜ਼ ਕਰਨਾ ਤਾਂ ਤੁਸੀਂ ਬਦਾਮ ਦਾ ਤੇਲ ਆਲਮੰਡ ਆਇਲ ਪਿਓਰ ਆਲਮੰਡ ਆਇਲ ਯੂਜ਼ ਕਰ ਸਕਦੇ ਹੋ ਦੈਟਸ ਵੈਰੀ ਗੁੱਡ ਓਕੇ ਸੋ ਹੁਣ ਆਪਾਂ ਵਧਦੇ ਹਾਂ ਥਰਡ ਟਿਪ ਵੱਲ ਸੋ ਥਰਡ ਟਿਪ ਇਜ਼ ਹੇਅਰ ਕੇਅਰ ਰੂਟੀਨ ਬਹੁਤ ਸਾਰੀਆਂ ਕੁੜੀਆਂ ਨੇ ਜੋ ਕੰਡੀਸ਼ਨਰ ਯੂਜ਼ ਨਹੀਂ ਕਰਦੀਆਂ ਸੋ ਦੈਟਸ ਵੈਰੀ ਇੰਪੋਰਟੈਂਟ ਪਲੀਜ਼ ਯੂਜ਼ ਅ ਕੰਡੀਸ਼ਨਰ ਕਿਉਂਕਿ ਸ਼ੈਂਪੂ ਤਾਂ ਆਪਾਂ 2 ਟਾਈਮਸ ਕਰਦੇ ਹਾਂ ਵੀਕ ਦੇ ਵਿੱਚ ਸੋ ਉਹਦੇ ਨਾਲ ਕੰਡੀਸ਼ਨਰ ਯੂਜ਼ ਕਰਨਾ ਵੀ ਬਹੁਤ ਬਹੁਤ ਇੰਪੋਰਟੈਂਟ ਹੈ ਕੰਡੀਸ਼ਨਰ ਯੂਜ਼ ਕਰਨਾ ਕਿਉਂ ਇੰਪੋਰਟੈਂਟ ਹੈ ਕਿਉਂਕਿ ਸ਼ੈਂਪੂ ਕੀ ਕਰਦਾ ਉਹ ਤੁਹਾਡੇ ਵਾਲਾਂ ਨੂੰ ਕਲੀਨ ਕਰ ਦਿੰਦਾ ਬਟ ਉਹਨਾਂ ਨੂੰ ਮੋਇਸਚਰਾਈਜ਼ ਜਿੱਦਾਂ ਆਪਣੀ ਸਕਿਨ ਨੂੰ ਮੋਇਸਚਰਾਈਜੇਸ਼ਨ ਦੀ ਲੋੜ ਹੁੰਦੀ ਹੈ ਉੱਦਾਂ ਤੁਹਾਡੇ ਹੇਅਰ ਨੂੰ ਕੰਡੀਸ਼ਨ ਹੋਣ ਦੀ ਲੋੜ ਹੁੰਦੀ ਆ not this part but ਤੁਹਾਡੇ hairs ਨੂੰ ਸੋ ਉਹਦੇ ਲਈ ਕੰਡੀਸ਼ਨਰ ਇਜ਼ ਵੈਰੀ ਵੈਰੀ ਇੰਪੋਰਟੈਂਟ ਸੋ ਕੰਡੀਸ਼ਨਰ ਯੂਜ਼ ਕਰਿਆ ਕਰੋ ਅਤੇ ਜੇ ਕਿਸੇ ਨੂੰ ਵੀ ਪ੍ਰੋਬਲਮ ਆ ਫ੍ਰਿਜ਼ੀ ਹੇਅਰ ਜਾਂ ਕਿਸੇ ਚੀਜ਼ ਦੀ ਤਾਂ ਤੁਸੀਂ ਹੇਅਰ ਮਾਸਕ ਹੋਮਮੇਡ ਹੇਅਰ ਮਾਸਕ ਐਗ ਦਾ ਜਾਂ ਕਰਡ ਦਾ ਯੂਜ਼ ਕਰ ਸਕਦੇ ਹੋ ਕੋਈ ਵੀ ਮਾਰਕੀਟ ਦਾ ਵਧੀਆ ਹੇਅਰ ਮਾਸਕ ਯੂਜ਼ ਕਰ ਸਕਦੇ ਹੋ ਹੇਅਰ ਮਾਸਕ ਯੂਜ਼ ਕਰਨਾ ਬਹੁਤ ਇੰਪੋਰਟੈਂਟ ਆ ਸੋ ਮੈਨੀ ਪੀਪਲ ਡੋਂਟ ਯੂਜ਼ ਦੈਟ ਕਿਉਂਕਿ ਮੈਨੂੰ ਲੱਗਦਾ ਇਟਸ ਅ ਵੇਸਟੇਜ ਆਫ ਮਨੀ ਐਂਡ ਟਾਈਮ ਬਟ ਇਟਸ ਨਾਟ ਅ ਕੇਸ ਅਗਰ ਤੁਸੀਂ ਹੇਅਰ ਮਾਸਕਿੰਗ ਕਰ ਰਹੇ ਹੋ ਟਾਈਮ ਟੂ ਟਾਈਮ ਤਾਂ ਤੁਹਾਡੇ ਹੇਅਰ ਦੀ ਜਿਹੜੀ ਹੈਲਥ ਆ ਉਹ ਬਹੁਤ ਵਧੀਆ ਰਹੂਗੀ ਐਂਡ ਇਟ ਵਿਲ ਬੀ ਗੁੱਡ ਸੋ ਉਹ ਤੋਂ ਬਾਅਦ ਜਿਹੜੀ ਟਿਪ ਬਹੁਤ ਜ਼ਰੂਰੀ ਆ ਉਹ ਆ ਜਾਂਦੀ ਆ ਆਈਬਰੋਜ਼ ਸੋ ਤੁਹਾਡੇ ਆਈਬਰੋਜ਼ ਨੇ ਜਿਹੜੇ ਪੂਰੇ ਪੋਲਿਸ਼ਡ ਹੋਣੇ ਪੂਰੇ ਸ਼ੇਪ 'ਚ ਹੋਣੇ
ਬਹੁਤ ਜ਼ਰੂਰੀ ਨੇ ਕਿਉਂਕਿ ਇਟ ਫਰੇਮਸ ਯੂਰ ਫੇਸ। ਆਈਬ੍ਰੋਜ਼ ਕੀ ਕਰਦੇ ਨੇ, ਤੁਹਾਡੇ ਫੇਸ ਨੂੰ ਫਰੇਮ ਕਰਦੇ ਨੇ, ਦਿਖਾਉਂਦੇ ਨੇ ਤੁਹਾਡੀ ਜਿਹੜੀ ਆਈਜ਼ ਦੀ ਸ਼ੇਪ ਨੂੰ ਕਿਤੇ ਨਾ ਕਿਤੇ ਰਿਪਰੈਜ਼ੈਂਟ ਕਰਦੇ ਨੇ। ਸੋ ਆਈਬ੍ਰੋਜ਼, ਇਮੈਜਿਨ ਯੂਰਸੈਲਫ ਵਿਦਆਊਟ ਆਈਬ੍ਰੋਜ਼ ਸੋ ਯੂ ਕੈਨ ਫੀਲ ਦੈਟ ਕਿ ਬਿਨਾਂ ਆਈਬ੍ਰੋਜ਼ ਤੁਸੀਂ ਕਿੰਨੇ ਕੁ ਭਿਆਨਕ ਲੱਗੋਗੇ। ਸੋ ਆਈਬ੍ਰੋਜ਼ ਜਿਹੜੇ ਨੇ ਬਹੁਤ ਮੇਨ ਰੋਲ ਪਲੇ ਕਰਦੇ ਨੇ ਟੂ ਲੁੱਕ ਅਟਰੈਕਟਿਵ। ਸੋ ਉਹ ਤੁਸੀਂ ਕਿੱਦਾਂ ਆਈਬ੍ਰੋਜ਼ ਨੂੰ ਪੋਲਿਸ਼ ਕਰਕੇ ਅਟਰੈਕਟਿਵ ਲੱਗ ਸਕਦੇ ਹੋ। ਫਰਸਟ ਸਟੈਪ ਹੈ ਕਿ ਹਮੇਸ਼ਾ ਮੇਕ ਸ਼ੋਰ ਕਿ ਤੁਹਾਡੇ ਆਈਬ੍ਰੋਜ਼ ਜਿਹੜੇ ਨੇ ਆਲਵੇਜ਼ ਥਰੈਡਡ ਨੇ, ਤੁਸੀਂ ਵੈਕਸ ਕਰਾਉਂਦੇ ਹੋ ਵਟਐਵਰ ਜੋ ਵੀ ਤੁਸੀਂ ਕਰਦੇ ਹੋ ਉਹ ਚੰਗੇ ਤਰੀਕੇ ਨਾਲ ਹੋਇਆ ਹੋਇਆ ਟਾਈਮ ਟੂ ਟਾਈਮ, ਬਿਕੋਜ਼ ਉਹ ਬਹੁਤ ਇੰਪੋਰਟੈਂਟ ਆ। ਗਰੂਮਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ। ਉਹ ਤੋਂ ਬਾਅਦ ਜਿਹੜੇ ਟਿਪ ਆਉਂਦੀ ਹੈ, ਕਈਆਂ ਦੇ ਜਿਹੜੇ ਆਈਬ੍ਰੋਜ਼ ਦੇ ਡੈਂਸ ਨਹੀਂ ਹੁੰਦੇ ਤਾਂ ਉਹ ਕੀ ਕਰ ਸਕਦੇ ਨੇ, ਵਿਟਾਮਿਨ ਈ ਆਇਲ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਵੈਸਲੀਨ, ਦੋਨੋਂ ਹੀ ਬਹੁਤ ਵਧੀਆ ਵਰਕ ਕਰਦੇ ਨੇ। ਆਪਣੇ ਆਈਬ੍ਰੋਜ਼ 'ਤੇ ਲਗਾਓ ਐਂਡ ਤੁਹਾਡੀ ਡੇ ਬਾਏ ਡੇ ਹੌਲੀ ਹੌਲੀ ਜਿਹੜੀ ਗਰੋਥ ਆ ਉਹ ਬੈਟਰ ਹੋ ਜਾਊਗੀ। ਐਂਡ ਅਨਦਰ ਥਿੰਗ ਇਜ਼ ਕਿ ਯੂ ਕੈਨ ਯੂਜ਼ ਅ ਪੈਨਸਿਲ ਟੂ ਸ਼ੇਪ ਦੈਮ। ਕਈਆਂ ਦੇ ਜੇ ਨਹੀਂ ਸ਼ੇਪ ਸਹੀ ਹੈਗੀ ਤਾਂ ਉਹ ਯੂਜ਼ ਕਰ ਸਕਦੇ ਨੇ ਆਈਬ੍ਰੋ ਪੈਨਸਿਲ ਨੂੰ, ਉਹਨਾਂ ਨੂੰ ਸਹੀ ਸ਼ੇਪ ਦੇਣ ਦੇ ਲਈ। ਸੋ ਨੈਕਸਟ ਥਿੰਗ ਇਜ਼ ਅਬਾਊਟ ਫੇਸ਼ੀਅਲ ਹੇਅਰ। ਕਈਆਂ ਦੇ ਬਹੁਤ ਸਾਰਾ ਫੇਸ਼ੀਅਲ ਹੇਅਰ ਹੁੰਦੇ ਨੇ ਐਂਡ ਮੋਸਟਲੀ ਟੀਨੇਜ ਟਾਈਮ ਦੇ, ਕਿਉਂਕਿ ਪਿਊਬਰਟੀ ਹਿੱਟ ਕਰਦੀ ਆ ਤਾਂ ਬਹੁਤ ਸਾਰਾ ਫੇਸ਼ੀਅਲ ਹੇਅਰ ਕੁੜੀਆਂ ਦੇ ਆਉਣ ਲੱਗ ਜਾਂਦੇ ਆ ਅਤੇ ਦੇ ਫੀਲ ਅੰਡਰ ਕੌਨਫੀਡੈਂਟ। ਮੇਰੇ ਨਾਲ ਵੀ ਹੋਇਆ, ਸਾਰਿਆਂ ਨਾਲ ਹੁੰਦਾ ਕਿ ਸਾਨੂੰ ਨੌਲੇਜ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਕਿ ਕਰਨਾ ਕੀ ਆ, ਬਟ ਫੇਸ਼ੀਅਲ ਹੇਅਰ ਆਉਣ ਲੱਗ ਜਾਂਦੇ ਅਤੇ ਸਾਨੂੰ ਲੱਗਦਾ ਕਿ ਯਾਰ ਅਗਲੀ ਲੱਗ ਰਹੇ ਹਾਂ, ਕੀ ਕਰੀਏ। ਸੋ ਫੇਸ਼ੀਅਲ ਹੇਅਰ ਵੀ ਇੱਕ ਫੈਕਟਰ ਆ ਜੋ ਕਿ ਇੰਪੋਰਟੈਂਟ ਰੋਲ ਪਲੇ ਕਰਦਾ, ਕਿਉਂਕਿ ਜੇ ਤੁਹਾਡੇ ਫੇਸ਼ੀਅਲ ਹੇਅਰ ਬਿਲਕੁਲ ਕਲੀਨ ਨਹੀਂ, ਤੁਹਾਡੇ ਕੋਈ ਫੇਸ਼ੀਅਲ ਹੇਅਰ ਨਹੀਂ ਹੈਗਾ ਤਾਂ ਤੁਹਾਡਾ ਫੇਸ ਦੀ ਸਕਿਨ ਆ ਜਿਹੜੀ ਹੋਰ ਸਮੂਥ ਲੱਗੂਗੀ, ਸਮੂਥ ਦੇਖਣ 'ਚ ਵੀ ਲੱਗੂਗੀ, ਅਤੇ ਜੇ ਤੁਸੀਂ ਮੇਕਅਪ ਵੀ ਅਪਲਾਈ ਕਰਨਾ ਤਾਂ ਉਹ ਵੀ ਜੋ ਆ ਬੈਟਰ ਲੱਗੂਗਾ ਉਹਦੇ 'ਤੇ। ਸੋ ਉਹਨੂੰ ਤੁਸੀਂ ਕਿੱਦਾਂ ਰਿਮੂਵ ਕਰ ਸਕਦੇ ਹੋ, ਜਾਂ ਤਾਂ ਤੁਸੀਂ ਵੈਕਸਿੰਗ ਕਰਵਾ ਸਕਦੇ ਹੋ, ਬਟ ਇਹ ਐਕਸਪੈਂਸਿਵ ਆ, ਤਾਂ ਤੁਸੀਂ ਟਿੰਕਲ ਦੇ ਬਹੁਤ ਅਫੋਰਡੇਬਲ ਰੇਜ਼ਰਸ ਆਉਂਦੇ ਨੇ, ਫੇਸ ਰੇਜ਼ਰ, ਤੁਸੀਂ ਉਹ ਯੂਜ਼ ਕਰ ਸਕਦੇ ਹੋ। ਉਹ ਬਹੁਤ ਵਧੀਆ ਨੇ, ਅਫੋਰਡੇਬਲ ਵੀ ਨੇ ਅਤੇ ਘਰ ਤੁਹਾਡਾ ਕੰਮ ਵੀ ਹੋ ਜਾਂਦਾ, ਤੁਹਾਨੂੰ ਲੋੜ ਨਹੀਂ ਪੈਂਦੀ ਹੈਗੀ। ਬਟ ਅਨਦਰ ਥਿੰਗ ਦੈਟ ਯੂ ਕੈਨ ਯੂਜ਼, ਜਿਹੜੀ ਮੈਂ ਵੀ ਕਰਦੀ ਹੁੰਦੀ ਸੀ, ਦੈਟ ਵਾਜ਼ ਕਿ ਵੀਟ ਦੀ ਵੈਕਸ ਸਟ੍ਰਿਪਸ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਐਜ਼ ਆ ਸਟ੍ਰਿਪਸ ਆਨ ਯੂਰ ਐਜ਼ ਆ ਫੇਸ ਸਟ੍ਰਿਪਸ ਯੂਜ਼ ਕਰ ਸਕਦੇ ਹੋ। ਹੁਣ ਤਾਂ ਫੇਸ ਸਟ੍ਰਿਪਸ ਵੀ ਆਉਂਦੀਆਂ ਨੇ, ਬਟ ਰੈਗੂਲਰ ਜਾਂ ਫੇਸ ਸਟ੍ਰਿਪਸ ਕੋਈ ਵੀ ਯੂਜ਼ ਕਰ ਲਓ, ਕੋਈ ਚੱਕਰ ਨਹੀਂ, ਦੋਨੋਂ ਵਰਕ ਕਰਨਗੇ। ਐਂਡ ਉਹਦਾ ਚੱਕਰ ਕੀ ਆ ਕਿ ਉਹਦੇ ਨਾਲ ਹੁੰਦਾ ਕੀ ਹੈ ਕਿ ਕਾਫੀ ਟਾਈਮ ਜੋ ਹੇਅਰ ਨਹੀਂ ਆਉਂਦੀ, ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਨਹੀਂ ਮੈਂ ਪੇਨਫੁਲ ਮੈਥਡ ਨਹੀਂ ਯੂਜ਼ ਕਰਨਾ ਤਾਂ ਤੁਸੀਂ ਰੇਜ਼ਰ ਵਾਲਾ ਕਰ ਸਕਦੇ ਹੋ, ਫੇਸ ਰੇਜ਼ਰ। ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਠੀਕ ਆ ਥੋੜ੍ਹੀ ਜਿਹੀ ਪੇਨ ਹੋਊਗੀ, ਆਈ ਵਿਲ ਮੈਨੇਜ ਦੈਟ, ਬਟ ਆਈ ਵਾਂਟ ਕਿ ਕਾਫੀ ਟਾਈਮ ਨਾ ਆਉਣ, ਤਾਂ ਤੁਸੀਂ ਵੈਕਸਿੰਗ ਹੀ ਪ੍ਰੈਫਰ ਕਰੋ। ਸੋ ਨੈਕਸਟ ਸਟੈਪ ਇਜ਼ ਨੇਲਸ। ਹੁਣ ਨੇਲਸ ਕਿਉਂ ਇੰਪੋਰਟੈਂਟ ਨੇ, ਕਿਉਂਕਿ ਨੇਲਸ ਇੱਦਾਂ ਦੀ ਚੀਜ਼ ਨੇ ਜੋ ਕਿ ਕੁੜੀਆਂ ਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਲੈ ਕੇ ਮਜ਼ਾਕ ਵੀ ਕੀਤਾ ਜਾਂਦਾ। ਸੋ ਮੇਕ ਸ਼ੋਰ ਕਿ ਜੇ ਤੁਸੀਂ ਸਪੋਰਟਸ 'ਚੋਂ ਜਾਂ ਤੁਹਾਨੂੰ ਨੇਲਸ ਵਧਾਉਣੇ ਨਹੀਂ ਪਸੰਦ, ਤੁਹਾਡੇ ਨੇਲਸ ਬਿਲਕੁਲ ਹੀ ਕੱਟ ਕੀਤੇ ਹੋਣ, ਪ੍ਰੋਪਰਲੀ ਟ੍ਰਿਮਡ ਹੋਣ ਅਤੇ ਕਲੀਨ ਲੁੱਕ ਲੱਗੇ ਤੁਹਾਡੀ, ਠੀਕ ਹੈ, ਇੱਦਾਂ ਨਾ ਦੇਖ ਅਗਲੀ ਨਾ ਲੱਗੇ ਦੇਖ ਕੇ। ਸੋ ਅਗਰ ਤੁਸੀਂ ਤੁਹਾਨੂੰ ਪਸੰਦ ਨੇ ਨੇਲਸ ਵਧਾਉਣੇ ਤਾਂ ਮੇਕ ਸ਼ੋਰ ਕਿ ਤੁਹਾਡੇ ਨੇਲਸ ਕਲੀਨ ਲੱਗਣ, ਇੱਦਾਂ ਨਾ ਲੱਗੇ ਕਿ ਯੈਲੋ ਸਟੋਨਸ ਹੋਏ ਹੋਏ ਨੇ ਜਾਂ ਕੁਛ ਵੀ, ਤਾਂ ਮੇਕ ਸ਼ੋਰ ਕਿ ਕਲੀਨ ਲੱਗਣ, ਜੇ ਤੁਹਾਨੂੰ ਵਧੀਆ ਲੱਗਦੇ ਨੇ ਵਧਾਉਣੇ ਨੇਲਸ। ਅਨਦਰ ਟਿਪ, ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਲਾਈਕ ਮੈਨੂੰ ਤਾਂ ਨਹੀਂ ਨੇਲਸ ਵਧੀਆ ਲੱਗਦੇ ਨੇ ਵਧਾਉਣੇ, ਬਟ ਮੈਂ ਨੇਲ ਪੇਂਟ ਲਾਉਣਾ ਪਸੰਦ ਆ, ਸੋ ਨੇਲ ਪੇਂਟ ਲਾਓ, ਮੇਕ ਸ਼ੋਰ ਬਟ ਕਿ ਨੇਲ ਪੇਂਟ ਜਿਹੜੀ ਆ ਉਹ ਵਧੀਆ ਵੇ ਨਾਲ ਲੱਗੀ ਹੋਈ ਆ, ਮਤਲਬ ਇਹ ਨਹੀਂ ਹੈਗਾ ਕਿ ਅੱਧੀ ਲੱਗੀ ਹੋਈ ਆ ਅੱਧੀ ਲਈ ਹੋਈ ਆ, ਉਹ ਬਹੁਤ ਹੀ ਡਿਜ਼ਾਸਟਰ ਲੱਗਦਾ, ਬਹੁਤ ਹੀ ਗੰਦਾ ਲੱਗਦਾ, ਕਿਉਂਕਿ ਦੂਜੇ ਪਰਸਨ ਨੂੰ ਲੱਗੂਗਾ ਕਿ ਤੁਸੀਂ ਕੇਅਰ ਨਹੀਂ ਕਰਦੇ। ਸੋ ਮੇਕ ਸ਼ੋਰ ਕਿ ਜਾਂ ਤਾਂ ਕੱਟ ਕੀਤੇ ਹੋਣ ਜਾਂ ਕਲੀਨ ਹੋਣ, ਜੇ ਨੇਲ ਪੇਂਟ ਲਾਈਏ ਤਾਂ ਉਹ ਵੀ ਕਲੀਨ ਹੀ ਲੱਗੀ ਹੋਵੇ, ਇਹ ਨਾ ਹੋਵੇ ਕਿ ਅੱਧੀ ਲੱਗੀ ਹੋਈ ਆ ਅੱਧੀ ਨਹੀਂ ਲੱਗੀ ਹੋਈ। ਉਹ ਤੋਂ ਹੋਰ ਇੱਕ ਜ਼ਿਆਦਾ ਟਿਪ ਜਿਹੜੀ ਮੈਂ ਦੇਣਾ ਚਾਹੂੰਗੀ, ਬੋਨਸ 'ਚ ਕਹਿ ਲਓ, ਕਿ ਟਰਾਈ ਕਰੋ ਕਿ ਅਗਰ ਤੁਸੀਂ ਆਪਣੇ ਪੈਰਾਂ 'ਤੇ ਨੇਲ ਪੇਂਟ ਲਾ ਰਹੇ ਹੋ, ਹੱਥਾਂ 'ਤੇ ਲਾ ਰਹੇ ਹੋ, ਤਾਂ ਸੇਮ ਕਲਰ ਦੀ ਨੇਲ ਪੇਂਟ ਲਗਾਓ। ਸੋ ਮੇਰੇ ਰਾਈਟ ਨਾਓ ਆਈ ਐਮ ਵੈਰੀ ਮਚ ਅਬਸੈਸਡ ਵਿਦ ਰੈੱਡ ਕਲਰ, ਮੈਨੂੰ ਰੈੱਡ ਕਲਰ ਹੀ ਬਹੁਤ ਜ਼ਿਆਦਾ ਪਸੰਦ ਆ। ਸੋ ਮੈਂ ਰੈੱਡ ਕਲਰ ਦੀ ਹੀ ਨੇਲ ਪੇਂਟ ਆਪਣੇ ਪੈਰਾਂ 'ਤੇ ਵੀ ਲਾਈ ਹੈ ਅਤੇ ਹੱਥਾਂ 'ਤੇ ਵੀ। ਸੋ ਇਟਸ ਲਾਈਕ ਇੱਕ ਸਿਮੈਟਰੀ ਜਿਹੀ ਬਣ ਜਾਂਦੀ ਹੈ, ਇੱਕ ਲੱਗਦਾ ਦੂਜੇ ਬੰਦੇ ਨੂੰ ਐਕਚੁਅਲ 'ਚ ਤਾਂ ਤੁਸੀਂ ਕੁਛ ਕੀਤਾ ਨਹੀਂ ਖਾਸ, ਬਟ ਜਿਹੜਾ ਬੰਦਾ ਦੂਜਾ ਦੇਖੂਗਾ ਉਹਨੂੰ ਲੱਗੂਗਾ ਕਿ ਹਾਂ ਯਾਰ ਇਹ ਪਰਸਨ ਨੇ ਐਫਰਟਸ ਪਾਏ ਨੇ, ਸੋ ਇਟ ਵਿਲ ਲੁੱਕ ਗੁੱਡ। ਓਕੇ, ਸੋ ਨੈਕਸਟ ਸਟੈਪ ਇਜ਼ ਸਮੈਲ ਗੁੱਡ। ਹੁਣ ਉਹਦੇ ਲਈ ਕੀ ਕਰਨਾ ਪਊਗਾ, ਹਾਈਜੀਨ ਮੇਨਟੇਨ ਕਰਨੀ ਪਊਗੀ। ਉਹ ਜਿਹੜੀ ਸਮੈਲ ਗੁੱਡ ਦੀ ਗੱਲ ਹੋ ਰਹੀ ਹੈ ਉਹ ਤੁਹਾਡੇ ਮਾਊਥ ਦੀ ਵੀ ਹੋ ਰਹੀ ਹੈ, ਤੁਹਾਡੀ ਬੋਡੀ ਦੀ ਵੀ ਹੋ ਰਹੀ ਹੈ, ਕਿ ਤੁਹਾਡਾ ਮਾਊਥ ਵੀ ਆ ਜਿਹੜਾ ਉਹ ਸਹੀ ਵਧੀਆ ਸਮੈਲ ਕਰਨਾ ਚਾਹੀਦਾ, ਗੰਦਾ ਨਹੀਂ ਸਮੈਲ ਕਰਨਾ ਚਾਹੀਦਾ। ਐਂਡ ਤੁਹਾਡੀ ਬੋਡੀ ਦੀ ਜਿਹੜੀ ਓਵਰਆਲ ਸਮੈਲ ਆ ਉਹ ਵੀ ਗੁੱਡ ਹੋਣੀ ਚਾਹੀਦੀ ਆ, ਬਿਕੋਜ਼ ਇਟਸ ਵੈਰੀ ਇੰਪੋਰਟੈਂਟ ਵੈਨੇਵਰ ਤੁਸੀਂ ਕਿਸੇ ਦੇ ਕੋਲ ਦੀ ਲੰਘਦੇ ਹੋ, ਕੁਛ ਵੀ ਜੇ ਤੁਹਾਡੇ 'ਚੋਂ ਗੰਦੀ ਸਮੈਲ ਆ ਰਹੀ ਹੈ ਤਾਂ ਉਹ ਬੰਦਾ ਵੀ ਕਹੂਗਾ ਕਿ ਯਾਰ।
ਸੋ ਮੇਕ ਸ਼ੋਰ ਕਿ ਵਧੀਆ ਦਾ ਡਿਓਡਰੈਂਟ ਤੁਸੀਂ ਯੂਜ਼ ਕਰ ਸਕਦੇ ਹੋ। ਇਫ ਯੂ ਆਰ ਨਾਟ ਅ ਪਰਫਿਊਮ ਪਰਸਨ, ਆਈ ਐਮ ਪਰਸਨਲੀ ਨਾਟ ਅ ਪਰਫਿਊਮ ਪਰਸਨ। ਮੈਨੂੰ ਪਰਫਿਊਮ ਵਗੈਰਾ ਯੂਜ਼ ਕਰਨਾ ਕੁਛ ਖਾਸ ਪਸੰਦ ਨਹੀਂ। ਜੇ ਕਿਸੇ ਨੂੰ ਪਰਫਿਊਮ 'ਚ ਵੀ ਇਨਵੈਸਟ ਨਹੀਂ ਕਰਨਾ, ਡੀਓ 'ਚ ਵੀ ਨਹੀਂ ਕਰਨਾ, ਤਾਂ ਗੁੱਡ ਸੋਪ ਓਕੇ, ਜਿਸ 'ਚ ਥੋੜ੍ਹਾ ਜਿਹਾ ਸੈਂਟ ਹੋਵੇ। ਸੋ ਦੈਟ ਪਹਿਲੀ ਗੱਲ ਤਾਂ ਯਾਰ ਰੋਜ਼ ਨਾ ਲਿਆ ਕਰੋ, ਸਮੈਲ ਵੈਸੇ ਹੀ ਨਹੀਂ ਆਉਗੀ। ਬਟ ਫਿਰ ਵੀ ਅਗਰ ਕਿਸੇ ਨੂੰ ਪ੍ਰੋਬਲਮ ਆ, ਕਈਆਂ ਨੂੰ ਮੇਜਰ ਪ੍ਰੋਬਲਮ ਹੁੰਦੀ ਹੈ ਕਿ ਬੋਡੀ ਓਡਰ ਦੀ, ਸੋ ਕੀ ਕਰ ਸਕਦੇ ਆ, ਨਿਵਿਆ ਦੇ ਬਹੁਤ ਅੱਛੇ ਡਿਓ ਆਉਂਦੇ ਨੇ, ਬਹੁਤ ਅਫੋਰਡੇਬਲ ਰੇਂਜ, ਉਹ ਯੂਜ਼ ਕਰ ਸਕਦੇ ਆ। ਡਵ ਦੇ ਯੂਜ਼ ਕਰ ਸਕਦੇ ਆ। ਅਤੇ ਸਟਰੋਂਗ ਫਰੈਗਰੈਂਸਿਸ ਪਸੰਦ ਹੈ ਤਾਂ ਪਰਫਿਊਮ ਵੀ ਯੂਜ਼ ਕਰ ਸਕਦੇ ਹੋ, ਬਟ ਮੈਂ ਪਰਸਨਲੀ ਨਹੀਂ ਕਰਦੀ। ਸੋ ਆਈ ਵਿਲ ਨਾਟ ਸੁਜੈਸਟ ਦੈਟ ਆਲਸੋ, ਬਿਕੋਜ਼ ਆਈ ਡੋਂਟ ਹੈਵ ਐਨੀ ਐਕਸਪੀਰੀਅੰਸ ਰਿਲੇਟਡ ਟੂ ਦੈਟ। ਸੋ ਉਹ ਕਰ ਸਕਦੇ ਹੋ ਤੁਸੀਂ। ਅਤੇ ਮਾਊਥ ਦੇ ਲਈ ਤੁਸੀਂ ਕੀ ਕਰ ਸਕਦੇ ਹੋ, ਮੇਕ ਸ਼ੋਰ ਕਿ 2 times ਯੂ ਆਰ ਬਰਸ਼ਿੰਗ ਯੂਰ ਟੀਥ। ਉਹ ਤੋਂ ਅਗਲੀ ਟਿਪ ਜੋ ਹੋਊਗੀ ਉਹ ਇਹ ਹੈ ਕਿ ਜੇ ਕਿਸੇ ਨੂੰ ਪ੍ਰੋਬਲਮ ਹੈ ਬਹੁਤ ਜ਼ਿਆਦਾ, ਤਾਂ ਤੁਸੀਂ ਮਾਊਥ ਫਰੈਸ਼ਨਰ ਆਪਣੇ ਕੋਲ ਰੱਖ ਸਕਦੇ ਹੋ। ਸੋ ਬਹੁਤ ਅਫੋਰਡੇਬਲ ਮਾਊਥ ਫਰੈਸ਼ਨਰਸ ਆਉਂਦੇ ਨੇ, ਵੈਨ ਐਵਰ ਯੂ ਫੀਲ ਲਾਈਕ ਕਿ ਇੱਦਾਂ ਦਾ ਕੋਈ ਚੱਕਰ ਪੈ ਰਿਹਾ ਜਾਂ ਕੋਈ ਪ੍ਰੋਬਲਮ ਹੋ ਰਹੀ ਹੈ, ਤਾਂ ਤੁਸੀਂ ਮਾਊਥ ਫਰੈਸ਼ਨਰ ਜੋ ਆ ਯੂਜ਼ ਕਰ ਸਕਦੇ ਹੋ। ਓਕੇ, ਸੋ ਅਗਲੀ ਗੱਲ ਇਹ ਆ ਕਿ ਬਹੁਤ ਜਲਦੀ ਇਹ ਅੱਜ ਦੇ ਟਾਈਮ 'ਚ ਕੁੜੀਆਂ ਦੇ ਡਾਰਕ ਸਰਕਲਸ ਹੋਣ ਲੱਗ ਗਏ। ਉਹਦਾ ਰੀਜ਼ਨ ਇਹ ਹੈ ਬੈਡ ਸਲੀਪਿੰਗ ਪੈਟਰਨ। ਮੇਰਾ ਵੀ ਕੁਛ ਜ਼ਿਆਦਾ ਵਧੀਆ ਨਹੀਂ ਆ, ਬਟ ਆਈ ਵਿਲ ਸੁਜੈਸਟ ਕਿ ਮੇਕ ਸ਼ੋਰ ਕਿ ਜੇ ਤੁਸੀਂ ਸਹੀ ਟਾਈਮ 'ਤੇ ਸੌਂ 'ਤੇ ਉੱਠ ਨਹੀਂ ਰਹੇ, ਮਤਲਬ ਲਾਈਕ ਜਲਦੀ ਨਹੀਂ ਸੌ ਰਹੇ, 10 ਵਜੇ ਤੱਕ ਤਾਂ ਵੈਸੇ ਸੌ ਜਾਣਾ ਚਾਹੀਦਾ, ਬਟ ਅਗਰ 12 ਵਜੇ ਤੱਕ ਨਹੀਂ ਸੌ ਰਹੇ, ਤਾਂ ਮੇਕ ਸ਼ੋਰ ਕਿ ਤੁਸੀਂ ਜਦੋਂ ਉੱਠ ਰਹੇ ਹੋ ਤਾਂ ਤੁਹਾਡੀ ਨੀਂਦ ਪੂਰੀ ਹੋਈ ਹੋਵੇ। ਮੇਕ ਸ਼ੋਰ ਕਿ ਤੁਸੀਂ 8 ਘੰਟੇ ਦੀ ਐਟਲੀਸਟ ਨੀਂਦ ਜੋ ਆ ਲਈ ਹੋਵੇ, ਸੋ ਦੈਟ ਤੁਹਾਡੀਆਂ ਆਈਜ਼ ਜੋ ਨੇ ਟਾਇਰਿੰਗ ਨਾ ਲੱਗਣ। ਅਤੇ ਦੂਜੀ ਗੱਲ, ਤੁਹਾਨੂੰ ਸਟਰੈਸ ਨਾ ਹੋਵੇ ਉਹਦੇ ਕਰਕੇ, ਕਿਉਂਕਿ ਜਦੋਂ ਤੁਸੀਂ ਰੈਸਟ ਕੀਤੀ ਹੋਊਗੀ ਤਾਂ ਤੁਹਾਨੂੰ ਕੋਈ ਚੱਕਰ, ਕੋਈ ਪ੍ਰੋਬਲਮ ਨਹੀਂ ਆਊਗੀ। ਅਤੇ ਤੁਹਾਡਾ ਫੇਸ ਵੀ, ਸਕਿਨ ਵੀ ਗਲੋ ਕਰੂਗੀ, ਐਂਡ ਆਲਸੋ ਕਿ ਤੁਹਾਡੀ ਆਈਜ਼ ਦੇ ਥੱਲੇ ਡਾਰਕ ਸਰਕਲਸ ਨਹੀਂ ਆਉਣਗੇ। ਸੋ ਇਹ ਤਾਂ ਸੀਗੀ ਕਿ ਜਿੰਨਾ ਜਿਹੜੇ ਪ੍ਰੀਵੈਂਟ ਕਰਨਾ ਚਾਹੁੰਦੇ ਨੇ, ਠੀਕ ਹੈ। ਅੱਜ ਦਾ ਲਾਈਫ ਸਟਾਈਲ ਇੱਦਾਂ ਦਾ ਕਿ ਪ੍ਰੋਬਲਮਸ ਆ ਰਹੀਆਂ ਨੇ, ਬਟ ਜੇ ਕੋਈ ਪ੍ਰੀਵੈਂਟ ਕਰਨਾ ਚਾਹੁੰਦਾ ਕਿ ਲਾਈਕ ਮੇਰੇ ਹੋ ਗਏ, ਮੈਂ ਹੁਣ ਕਿਵੇਂ ਠੀਕ ਕਰਾਂ, ਤਾਂ ਤੁਸੀਂ ਕੀ ਕਰ ਸਕਦੇ ਹੋ, ਕੁਕੰਬਰ ਜੂਸ ਹੁੰਦਾ ਜਿਹੜਾ, ਉਹਨੂੰ ਆਪਣੇ ਆਈਜ਼ ਦੇ ਨੀਚੇ ਰਬ ਕਰੋ, ਇਟ ਵਿਲ ਹੈਲਪ। ਅਦਰਵਾਈਜ਼ ਤੁਸੀਂ ਗ੍ਰੀਨ ਟੀ ਬੈਗਸ ਜਿਹੜੇ ਆਉਂਦੇ ਨੇ, ਉਹਨਾਂ ਨੂੰ ਫ੍ਰਿਜ 'ਚ ਰੱਖੋ ਯੂਜ਼ ਕਰਨ ਤੋਂ ਬਾਅਦ, ਐਂਡ ਆਲਸੋ ਜਦੋਂ ਠੰਡੇ ਹੋ ਜਾਂਦੇ ਆ, ਕੂਲ ਹੋ ਜਾਂਦੇ, ਉਹਨੂੰ ਆਪਣੇ ਆਈਜ਼ ਦੇ ਨੀਚੇ ਰੱਖੋ। ਉਹ ਸੈਗੀਨੈਸ ਆ ਜਿਹੜੀ, ਸਵੈਲਿੰਗ ਕਈਆਂ ਦੇ ਆਈਜ਼ ਦੇ ਨੀਚੇ ਰਹਿੰਦੀ ਆ, ਉਹ ਵਾਲੀ ਪ੍ਰੋਬਲਮ ਨੂੰ ਵੀ ਠੀਕ ਕਰੂਗਾ। ਜੇ ਤੁਹਾਡੇ ਡਾਰਕ ਸਰਕਲਸ ਨੇ, ਉਹ ਪ੍ਰੋਬਲਮ ਨੂੰ ਵੀ ਕਿਉਰ ਕਰਨ 'ਚ ਹੈਲਪ ਕਰੂਗਾ। ਬਟ ਅਗਰ ਤੁਹਾਡੇ ਬਹੁਤ ਜ਼ਿਆਦਾ ਸਿਵੀਅਰ ਡਾਰਕ ਸਰਕਲਸ ਨੇ, ਆਈ ਵਿਲ ਸੁਜੈਸਟ ਕੰਸਲਟ ਅ ਡਾਕਟਰ। ਓਕੇ, ਅਗਲੀ ਟਿਪ ਹੈਗੀ ਆ ਲਿਪਸ ਨੂੰ ਲੈ ਕੇ। ਸੋ ਲਿਪਸ ਬਹੁਤ ਇੰਪੋਰਟੈਂਟ ਨੇ, ਕਿਉਂਕਿ ਕਾਲਜ ਕੋਈ ਗਰਲਸ ਜ਼ਿਆਦਾ ਲਿਪਸਟਿਕ ਨਹੀਂ ਲਾਉਂਦੀਆਂ। ਸੋ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਲਿਪਸ ਤੋਂ ਨੇ ਕਟੇ ਫਟੇ ਨਾ ਲੱਗਣ, ਉਹਦੇ ਲਿਪਸ ਪਲੰਪ ਐਂਡ ਸੌਫਟ ਨੇ। ਸੋ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਲਿਪ ਸਕਰਬ ਯੂਜ਼ ਕਰ ਸਕਦੇ ਹੋ। ਹੁਣ ਇਹ ਨਹੀਂ ਹੈਗਾ ਕਿ ਮਾਰਕੀਟ ਵਾਲਾ ਲਿਪ ਸਕਰਬ ਹੀ ਯੂਜ਼ ਕਰਨਾ, ਤੁਸੀਂ ਕੋਈ ਵੀ ਲਿਪ ਸਕਰਬ ਯੂਜ਼ ਕਰ ਸਕਦੇ ਹੋ, ਠੀਕ ਹੈ। ਤੁਸੀਂ ਹੋਮਮੇਡ ਲਿਪ ਸਕਰਬ ਯੂਜ਼ ਕਰ ਸਕਦੇ ਹੋ। ਟੇਕ ਸਮ ਸ਼ੂਗਰ, ਹਨੀ ਮਿਕਸ ਕਰੋ ਐਂਡ ਅਪਲਾਈ ਦੈਟ ਔਨ ਲਿਪਸ। ਹਨੀ ਇੱਕ ਇਹੋ ਜਿਹਾ ਇੰਗਰੀਡੀਅੰਟ ਆ ਜੋ ਤੁਹਾਡੀ ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਵੀ ਹੈਲਪ ਕਰਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ 2 ਦਿਨ 'ਚ ਲਿਪਸ ਪਿੰਕ ਹੋ ਜਾਣਗੇ ਜੇ ਬਲੈਕ ਨੇ ਆ, ਡਾਰਕ ਟੋਨ ਦੇ ਵਿੱਚ ਨੇ, ਪਿਗਮੈਂਟਡ ਨੇ, ਬਟ ਇਟ ਵਿਲ ਹੈਲਪ ਇਟ ਇਵੈਂਚੁਅਲੀ, ਹੌਲੀ ਹੌਲੀ ਹੈਲਪ ਕਰੂਗਾ। ਐਂਡ ਅਨਦਰ ਟਿਪ ਇਜ਼ ਘੀ, ਦੇਸੀ ਘਿਓ ਲਾਓ ਆਪਣੇ ਲਿਪਸ ਦੇ ਉੱਤੇ, ਖਾਓ ਵੀ ਅਤੇ ਲਾਓ ਵੀ, ਕਿਉਂਕਿ ਮੋਸਟਲੀ ਜਿਹੜੀਆਂ ਮੈਂ ਦੇਖਿਆ ਹੈ ਕਿ ਲਿਪ ਬਾਮਸ ਆਉਂਦੀਆਂ ਨੇ, ਕੁਛ ਖਾਸ ਵਰਕ ਨਹੀਂ ਕਰਦੀਆਂ। ਤੁਸੀਂ ਵੈਸਲੀਨ ਦੀ ਲਿਪ ਬਾਮ ਟਰਾਈ ਕਰ ਸਕਦੇ ਹੋ, ਉਹ ਵੀ ਵਧੀਆ ਹੁੰਦੀ ਆ। ਮੇਕ ਸ਼ੋਰ ਕਿ ਪਲੇਨ ਲਿਪ ਬਾਮ ਲਾਓ ਅਦਰ ਦੈਨ ਕਲਰਡ ਐਂਡ ਫਰੂਟੀ ਵਨਸ, ਕਿਉਂਕਿ ਮੋਇਸਚਰਾਈਜ਼ਿੰਗ ਇੰਨੀਆਂ ਨਹੀਂ ਹੁੰਦੀਆਂ, ਬਸ ਕਲਰ ਕੁਲਰ ਵਾਲੀਆਂ ਹੀ ਹੁੰਦੀਆਂ ਨੇ, ਹੋਰ ਨਹੀਂ ਕੁਛ ਖਾਸ ਕਰਦੀਆਂ। ਸੋ ਟਰਾਂਸਪੇਰੈਂਟ ਹੋਵੇ, ਬਟ ਤੁਹਾਡੇ ਲਿਪਸ ਨੂੰ ਚੰਗੀ ਤਰ੍ਹਾਂ ਨਾਲ ਉਹ ਕਰ ਦੇਣ, ਸੌਫਟ ਕਰਨ। ਐਂਡ ਉਹ ਤੋਂ ਬਾਅਦ ਇਹ ਹੈ ਕਿ ਤੁਸੀਂ ਕੀ ਯੂਜ਼ ਕਰ ਸਕਦੇ ਹੋ, ਦੈਟਸ ਬੈਸਟ। ਉਹ ਤੋਂ ਕੁਛ ਵੀ ਨਹੀਂ ਹੈਗਾ। ਓਕੇ, ਸੋ ਲਾਸਟ ਬਟ ਨਾਟ ਲੀਸਟ, ਦੈਟਸ ਜਵੈਲਰੀ। ਹੁਣ ਜਵੈਲਰੀ ਵੀ ਤੁਹਾਡੀ ਪਰਸਨੈਲਿਟੀ ਨੂੰ ਹੋਰ ਪੋਲਿਸ਼ਡ ਔਰ ਅਟਰੈਕਟਿਵ ਬਣਾਉਂਦੀ ਆ ਜਦੋਂ ਤੁਸੀਂ ਛੋਟੇ ਛੋਟੇ ਐਫਰਟਸ ਪਾਉਂਦੇ ਹੋ। ਸੋ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਕੋਈ ਵੀ ਸਟੇਟਮੈਂਟ ਜਵੈਲਰੀ ਟਰਾਈ ਕਰ ਸਕਦੇ ਹੋ, ਕੋਈ ਰਿੰਗ ਕਰ ਸਕਦੇ ਹੋ ਟਰਾਈ, ਤੁਹਾਡੀ ਫੇਵਰੇਟ। ਮੈਂ ਪਰਸਨਲੀ ਛੋਟੇ ਛੋਟੇ ਈਅਰਿੰਗਸ ਪਾਉਣੇ ਅਤੇ ਇੱਦਾਂ ਦੀ ਚੇਨ, ਮੈਨੂੰ ਬਹੁਤ ਜਣਿਆਂ ਨੇ ਮਜ਼ਾਕ 'ਚ ਕਿਹਾ ਕਿ ਇਹ 'ਚ ਕੁਛ ਪਾ ਲਾ, ਖਾਲੀ ਵੀ ਪਾਈ ਆ, ਬਟ ਮੈਨੂੰ ਇੱਦਾਂ ਦੀ ਹੀ ਚੇਨ ਪਸੰਦ ਆ ਜਿਹੜੀ ਬਹੁਤ ਲਾਈਟ ਵੇਟ ਹੋਵੇ। ਮੈਂ ਜ਼ਿਆਦਾ ਹੈਵੀ ਜਵੈਲਰੀ ਨਹੀਂ ਯੂਜ਼ ਕਰ ਸਕਦੀ, ਕਿਉਂਕਿ ਮੈਨੂੰ ਫਿਰ ਐਂ ਮਤਲਬ ਰੋਜ਼ ਲਾਉਣਾ ਟਾਈਪਸ, ਆਈ ਐਮ ਵੈਰੀ ਲੇਜ਼ੀ ਪਰਸਨਲੀ। ਸੋ ਜੇ ਤੁਸੀਂ ਵੀ ਇੱਦਾਂ ਦੇ ਤੁਸੀਂ ਪਰਲ ਵਾਲੇ ਛੋਟੇ ਛੋਟੇ ਸਟੋਨ ਵਾਲੇ ਈਅਰਿੰਗਸ ਟਰਾਈ ਕਰ ਸਕਦੇ ਹੋ, ਬਟ ਮੇਕ ਸ਼ੋਰ ਕਿ ਤੁਸੀਂ ਕੁਛ ਓਵਰਬੋਰਡ ਨਾ ਕਰੋ। ਜੇ ਤੁਸੀਂ ਰੋਜ਼ ਈਅਰਿੰਗਸ ਚੇਂਜ ਕਰਕੇ ਆਪਣੇ ਆਊਟਫਿਟ ਦੇ ਅਕੋਰਡਿੰਗ ਪਾਉਣਾ ਪਸੰਦ ਆ, ਤੁਸੀਂ ਉਹ ਵੀ ਕਰ ਸਕਦੇ ਹੋ, ਬਟ ਜੇ ਤੁਸੀਂ ਲੇਜ਼ੀ ਹੋ ਤਾਂ ਤੁਸੀਂ ਇੱਕ ਈਅਰਿੰਗ ਲੈ ਲਓ, ਤੁਸੀਂ ਡੇਲੀ ਵੇਅਰ ਕਰਕੇ ਰੱਖੋ, ਐਂਡ ਤੁਹਾਨੂੰ ਕੋਈ ਚੱਕਰ ਨਹੀਂ ਹੋਊਗਾ ਕਿ ਯਾਰ ਲਾਉਣੇ ਆ ਪਾਉਣੇ ਆ, ਉਹ ਸਭ ਨਹੀਂ ਕਰਨਾ ਪਊਗਾ। ਐਂਡ ਕੋਈ ਚੋਕਰ ਵਗੈਰਾ ਜਾਂ ਕੋਈ ਚੇਨ ਜਾਂ ਕੋਈ ਪੈਂਡੈਂਟ ਲੈ ਸਕਦੇ ਹੋ, ਸਟੇਟਮੈਂਟ ਜਵੈਲਰੀ।
ਤੁਹਾਡੇ ਲਈ ਤੁਹਾਡੇ ਅਕੋਰਡਿੰਗ ਹੋਣੀ ਚਾਹੀਦੀ ਆ। ਤੁਹਾਨੂੰ ਕੀ ਪਸੰਦ ਆ, ਆਪਣੇ ਆਪ ਤੇ ਪਾਇਆ ਦੇਖਣਾ ਕਿ ਤੁਹਾਡੇ ਲਈ ਕੰਫਰਟੇਬਲ ਕੀ ਆ ਆਲਸੋ। ਸੋ ਸੋ ਗਾਇਸ that was all about our 10 tips and I hope ਕਿ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਤੁਹਾਨੂੰ ਕੁਝ ਕੰਮ ਦਾ ਲੱਗਿਆ ਹੋਊਗਾ ਇਹਨਾਂ 'ਚ। ਇਹ ਸਾਰੀਆਂ ਟਿਪਸ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਵਧੀਆ ਹੋਰ ਅਟਰੈਕਟਿਵ ਆਪਣੀ ਲਾਈਫ 'ਚ ਬਣ ਸਕਦੇ ਹੋ।